न्यूज़ 18 पंजाब हरियाणा हिमाचल देख रहे सारे दर्शकों का स्वागत है। पंजाबी कवि अवतार सिंह पाश लिखते ने, मैं खेतों का पुत होके तुहाडे चगले हुए स्वादां की गल नहीं करांगा। ते अज पंजाबी गायकों की गल की जाए तो किते ना किते किसानों के सुर च अपने राग मिलाते नजर आ रहे हैं। इस वक्त मेरे नाल गायक सिद्धू मूसेवाला ने। सिद्धू जी स्वागत है तुहाडा न्यूज़ 18 पंजाब हरियाणा हिमाचल ते। सत श्री अकाल साਰਿਆਂ ਨੂੰ ਜੀ न्यूज़ 18। सिद्धू भाजी गल करिए तो असीं अज तक सुनिया सी किसान एकता, पर जो तुसीं नवां नारा दिता नौजवान किसान एकता, इस दे नारे दे पिछे की लॉजिक है? नौजवान किसान एकता ਦਾ ਮਤਲਬ ਇਹ ਹੈ ਜੀ ਵੀ ਇਹ ਇਕੱਲੇ ਕਿਸਾਨਾਂ ਦੀ ਲਹਿਰ ਨਹੀਂ, ਹੁਣ ਨੌਜਵਾਨ ਵੀ, ਕਿਉਂਕਿ ਹੁਣ ਤੱਕ ਸਾਨੂੰ ਇਹੀ ਮਿਹਣਾ ਮਿਲਦਾ ਹੈ ਵੀ ਧਰਨਿਆਂ ਦੇ ਸਿਰਫ ਬਜ਼ੁਰਗ ਜਾ ਰਹੇ ਨੇ, ਪਰ ਅਸੀਂ ਆਪ ਨੌਜਵਾਨ ਆ, ਗਾਂ ਅਸੀਂ ਖੇਤੀ ਵੀ ਕਰਦੇ ਹਾਂ ਤੇ ਸਾਨੂੰ ਸੁਣਨ ਵਾਲੇ ਵੀ ਨੌਜਵਾਨ ਨੇ ਜ਼ਿਆਦਾਤਰ। ਤਾਂ ਕਰਕੇ ਅਸੀਂ ਇੱਕ ਆਪਣਾ ਨਾਰਾ ਬਣਾਇਆ, ਕਿਉਂਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਜਾਂ ਯੂਨੀਅਨ ਦਾ ਹਿੱਸਾ ਨਹੀਂ ਸੀ ਬਣਨਾ ਚਾਹੁੰਦੇ, ਕਿਸੇ ਆਪਾਂ ਖਾਰ ਦੇ ਵਿੱਚ ਨਹੀਂ ਆਉਣਾ ਚਾਹੁੰਦੇ, ਸਿਰਫ ਅਸੀਂ ਐਜ਼ ਆ ਭਰਾ, ਐਜ਼ ਆ ਉਹਨਾਂ ਦੇ ਪੁੱਤ ਗੋਡਾ ਲਵਾਉਣਾ ਚਾਹੁੰਦੇ ਹਾਂ ਕਿਸਾਨ ਨਾਲ, ਉਹਨਾਂ ਦਾ ਸਹਾਰਾ ਬਣਨਾ ਚਾਹੁੰਦੇ ਹਾਂ। ਦੈਟਸ ਇਟ। ਹੋਰ ਇਹਦੇ ਵਿੱਚ ਤੁਸੀਂ ਖੁਦ ਕਿਸਾਨ ਹੋ, ਅੱਜ ਤੁਸੀਂ ਪ੍ਰੋਟੈਸਟ ਕਰਨ ਜਾ ਰਹੇ ਹੋ, ਕੀ ਲੱਗ ਰਿਹਾ ਤੁਹਾਨੂੰ ਐਕਟ 'ਚ ਕੀ ਕਮੀਆਂ ਨੇ ਜਿਹਦੇ ਕਰਕੇ ਤੁਹਾਨੂੰ ਅੱਜ ਪ੍ਰਦਰਸ਼ਨ ਕਰਨਾ ਪੈ ਰਿਹਾ? ਐਕਟ ਦੇ ਵਿੱਚ ਚੰਗਾ ਕੀ ਹੈ ਜੀ? ਤੁਸੀਂ ਇਹ ਦੇਖੋ, ਉਹ ਐਕਟ ਪਾਸ ਕੀਤਾ ਜਾ ਰਿਹਾ ਜਿਹੜਾ ਅੱਜ ਤੋਂ 40 ਸਾਲ ਪਹਿਲਾਂ 1960 ਦੇ ਵਿੱਚ ਅਮਰੀਕਾ 'ਚ ਵੀ ਆਇਆ, ਫਰਾਂਸ 'ਚ ਵੀ ਆਇਆ, ਯੂਰਪ 'ਚ ਵੀ ਆਇਆ, ਜਿਹੜਾ ਉੱਥੇ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਤੇ ਉਹ ਟੈਕਨੀਕਾਂ ਹੁਣ ਇੱਥੇ ਲਾਈ ਜਾਂਦੇ ਨੇ। ਉਹ ਕਿਵੇਂ ਕਾਮਯਾਬ ਹੋਊਗਾ ਜੀ, ਮੈਨੂੰ ਇਹ ਦੱਸੋ। ਜਿੱਥੋਂ ਦੀ ਖੇਤੀ ਹੁਣ ਜਿਹੜੇ ਐਕਟ ਨੇ ਉਹਨਾਂ ਦੀ ਖੇਤੀ ਸਬਸਿਡੀਆਂ ਤੇ ਕਰਤੀ, ਠੀਕ ਹੈ ਨਾ, ਕੁਛ ਕੁ ਮੁੱਠੀ ਪਰ ਕਿਸਾਨ ਰਹਿ ਗਏ। ਤੇ ਤੁਸੀਂ ਯਕੀਨ ਨਹੀਂ ਕਰਨਾ, ਫਰਾਂਸ ਦੇ ਵਿੱਚ ਕਿੰਨੀਆਂ ਖੁਦਕੁਸ਼ੀਆਂ ਹੋਈਆਂ। ਹੁਣ ਫਰਾਂਸ ਵਾਲਾ ਹਾਲ ਸਾਡੇ ਪੰਜਾਬ ਦਾ ਹੋਇਆ ਪਿਆ ਹੈ ਨਾ। ਇਹ ਤਾਂ ਪਹਿਲੀ APMC ਨਾਲ ਹੀ ਇੰਨਾ ਬੁਰਾ ਹਾਲ ਹੋਇਆ ਪਿਆ। ਜੇ ਤੁਸੀਂ ਯਾਨੀ ਕਿ ਇੱਕ ਇੱਦਾਂ ਖੇਤੀ ਵਿਰੋਧੀ ਬਿੱਲ ਪਾਸ ਕਰੋਗੇ ਤਾਂ ਜਲੂਸ ਨਿਕਲ ਜੂ ਸਾਡਾ ਸਾਰਿਆਂ ਦਾ। ਸਿੱਧੂ ਸਾਹਿਬ ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਜਦੋਂ ਕੋਈ ਪ੍ਰਾਈਵੇਟ ਚੀਜ਼ ਆਉਂਦੀ ਹੈ ਤਾਂ ਤਕਨੀਕ ਦੇ ਵਿੱਚ ਸੁਧਾਰ ਆਉਂਦਾ ਹੈ ਨਾ, ਸਿਸਟਮ ਦੇ ਵਿੱਚ ਸੁਧਾਰ ਆਉਂਦਾ, ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਦਾਂ ਦੇ ਬਿੱਲ ਆਉਣ ਦੇ ਨਾਲ ਸ਼ਾਇਦ ਪ੍ਰਾਈਵੇਟ ਸਿਸਟਮ ਦੇ ਨਾਲ ਖੇਤੀ 'ਚ ਵੀ ਕੋਈ ਸੁਧਾਰ ਆ ਸਕਦਾ? ਵੀਰੇ ਤੁਸੀਂ ਇਕੱਲੇ ਤੱਥਾਂ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਸਿਰਫ ਇਸ ਗੱਲ ਤੇ ਐਗਜ਼ਾਮਪਲ ਦੇ ਆਧਾਰ ਤੇ ਗੱਲ ਕਰਦਾ। ਇਹੀ ਬਿੱਲ ਇਸ ਤੋਂ ਪਹਿਲਾਂ 2006 ਦੇ ਵਿੱਚ ਯੂਪੀ ਦੇ ਵਿੱਚ ਨਹੀਂ ਲਾਗੂ ਹੋਇਆ। ਕੀ ਹਾਲ ਉਹਨਾਂ ਦਾ ਅੱਜ? ਯੂਪੀ ਵਾਲੇ 12 ਕਿੱਲਿਆਂ ਵਾਲੇ, 14 ਕਿੱਲਿਆਂ ਵਾਲੇ ਪੰਜਾਬ ਦੇ ਵਿੱਚ ਦਿਹਾੜੀਆਂ ਕਰਨ ਆਉਂਦੇ ਨੇ। ਤੇ ਇਹ ਮੈਂ ਤੁਹਾਨੂੰ ਇਹ ਕਹਿਣਾ ਵੀ ਇਹ ਪੰਜਾਬ ਦੇ ਕਿਸਾਨ ਦਾ ਬੁਰਾ ਹਾਲ ਕਰ ਦੂ ਬਿੱਲ, ਠੀਕ ਹੈ ਨਾ ਜੀ। ਕਿਉਂ ਕਰੂਗਾ? ਕਿਉਂਕਿ ਇਹਦੇ ਨਾਲ ਸਭ ਤੋਂ ਜ਼ਿਆਦਾ ਪ੍ਰਾਈਵੇਟ ਸੈਕਟਰ ਨੂੰ ਪਾਵਰ ਮਿਲ ਜੂ ਕਿਸਾਨਾਂ ਦਾ ਸ਼ੋਸ਼ਣ ਕਰਨ ਨੂੰ। ਕੋਈ MSP ਨਹੀਂ, ਕੋਈ ਕੁਛ ਨਹੀਂ ਹੈ, ਸਿਰਫ ਝਾੜ ਤੇ ਲਾ ਰਹੇ ਨੇ, ਮਿੱਠੀਆਂ ਗੋਲੀਆਂ ਦੇ ਰਹੇ ਨੇ। ਇਹ ਮਿੱਠੀਆਂ ਗੋਲੀਆਂ ਕੱਲ੍ਹ ਨੂੰ ਮੁੱਕ ਜਾਣ, ਪਰਸੋਂ ਮੁੱਕ ਜਾਣ, ਇਹਨਾਂ ਦਾ ਕੋਈ ਪਤਾ ਨਹੀਂ। ਸਿੱਧੂ ਸਾਹਿਬ ਜੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜੋ ਆੜਤ ਸਿਸਟਮ ਹੈ ਉਹ ਵਿਚੋਲੀਏ ਕਹਿ ਰਹੇ ਆ, ਅਸੀਂ ਉਸ ਨੂੰ ਖਤਮ ਕਰ ਰਹੇ ਹਾਂ। ਤੁਹਾਨੂੰ ਕੀ ਲੱਗਦਾ ਕਿ ਵਿਚੋਲੀਏ ਜਾਂ ਆੜਤੀਏ ਵਿੱਚ ਰਹਿਣੇ ਚਾਹੀਦੇ ਆ ਜਾਂ ਨਹੀਂ ਰਹਿਣੇ ਚਾਹੀਦੇ? ਜੇ ਰਹਿਣੇ ਚਾਹੀਦੇ ਤਾਂ ਕਿਉਂ, ਜੇ ਨਹੀਂ ਤਾਂ ਕਿਉਂ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਐਜ਼ ਆ ਮੈਂ ਜਿੰਨਾ ਦੇਖਿਆ, ਆੜਤੀਆ ਪਰਿਵਾਰ ਦਾ ਮੈਂਬਰ ਹੈ ਜੱਟ ਦੇ, ਠੀਕ ਹੈ ਨਾ ਜੀ। ਜੇ ਇੱਕ ਮਜ਼ਦੂਰ ਸਾਡਾ ਮੈਂਬਰ ਹੈ ਨਾ, ਇੱਕ ਸੀਰੀਪ ਵਾਲੀ ਸਾਡੇ ਪਰਿਵਾਰ 'ਚ ਰਹਿੰਦਾ, ਤਾਂ ਆੜਤੀਆ ਸਾਡੀ ਰੀੜ੍ਹ ਦੀ ਹੱਡੀ ਹੈ, ਠੀਕ ਹੈ। ਜਦੋਂ ਜੱਟਾਂ ਕੋਲੇ ਪੈਸੇ ਕਿੱਥੋਂ ਆਉਂਦੇ ਨੇ? ਜਦੋਂ ਕਿਤੋਂ ਸੌਦਾ ਪੱਤਰ ਲੈਣਾ ਉਦੋਂ ਵੀ ਆੜਤੀਆ ਖਰੀਦ ਕੇ ਦਿੰਦਾ, ਠੀਕ ਹੈ। ਇਹਨਾਂ ਨਾਲ ਸਾਡੀ ਸੁਧਾਰ ਚੱਲਦੀ ਹੈ। ਹਰੇਕ ਚੀਜ਼ ਯਾਰ ਮਾੜੀ ਨਹੀਂ ਹੈਗੀ, ਠੀਕ ਹੈ। ਇਹ ਜਿਹੜੇ ਤੁਸੀਂ ਕੰਟਰੈਕਟ ਸਾਨੂੰ ਦੇ ਦਿਓਗੇ, ਕਿਹੜਾ ਇੰਨਾ ਪੜ੍ਹਿਆ ਲਿਖਿਆ ਕਿਸਾਨ ਸਾਡੇ 'ਚੋਂ, ਠੀਕ ਹੈ ਨਾ। ਅੱਜ ਜੋ ਪੈਪਸੀਕੋ ਗੁਜਰਾਤ 'ਚ ਕਰਕੇ ਹਟੀਏ 4 ਸਾਲ ਪਹਿਲਾਂ, ਉਹੀ ਸਾਡੇ ਨਾਲ ਹੋਊ। ਇਹ ਸਾਨੂੰ ਫੜ ਕੇ ਕਚਹਿਰੀਆਂ 'ਚ ਲੈ ਜਾਣਗੇ, ਠੀਕ ਹੈ ਨਾ। ਵੀ ਇਹ ਸਿਰਫ ਨਾ ਸਿਰਫ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਹੋਰ ਇਹਦੇ 'ਚ ਡੱਕਾ ਦਮ ਨਹੀਂ। ਜੋ ਸਰਕਾਰ ਵੱਲੋਂ ਕਿਹਾ ਜਾ ਰਿਹਾ ਕੰਟਰੈਕਟ ਫਾਰਮਿੰਗ ਨੂੰ ਲੈ ਕੇ, ਕਿਤੇ ਨਾ ਕਿਤੇ ਕਹਿ ਜਾ ਰਿਹਾ ਕਿ ਅਸੀਂ MSP ਖਤਮ ਨਹੀਂ ਕਰ ਰਹੇ, ਅਸੀਂ ਕੰਟਰੈਕਟ ਫਾਰਮਿੰਗ ਸ਼ੁਰੂ ਕਰ ਰਹੇ ਹਾਂ ਕਿ ਤੁਹਾਡੀ ਫਸਲ ਬੀਜਣ ਤੋਂ ਪਹਿਲਾਂ, ਕਹਿੰਦਾ ਭਾਵ ਉਗਣ ਤੋਂ ਪਹਿਲਾਂ ਹੀ ਤੁਹਾਡੀ ਉਸ ਦੀ ਕੀਮਤ ਤੈਅ ਹੋ ਜਾਏਗੀ, ਜਿਸ ਕੀਮਤ ਉੱਤੇ ਉਸ ਨੂੰ ਵੇਚਿਆ ਜਾਏਗਾ। ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਹੋ? ਮੈਨੂੰ ਨਹੀਂ ਲੱਗਦਾ ਕੁਛ। MSP ਦਾ ਸਿਰਫ 9% ਕਿਸਾਨਾਂ ਨੂੰ ਮਿਲ ਰਹੀ ਹੈ ਸਾਰੇ ਪੰਜਾਬ 'ਚੋਂ। ਹੈਗਾ ਤਾਂ APMC ਸਾਰੇ ਕਿਤੇ ਚੱਲ ਰਹੀ ਹੈ, APMC ਯੂਪੀ 'ਚ ਵੀ ਖਤਮ ਕੀਤੀ ਹੈ, ਪੰਜਾਬ ਹਰਿਆਣੇ 'ਚ ਹੈਗੀ ਹੈ, ਪਰ ਉਹਦਾ ਵੀ ਕਿੰਨਾ ਕੁ ਮੁੱਲ ਦੇ ਰਹੇ ਨੇ ਸਾਨੂੰ ਇਹ, ਠੀਕ ਹੈ ਨਾ। ਤੇ ਉਹ ਤਾਂ ਪ੍ਰਾਈਵੇਟ ਸੈਕਟਰ ਹੈ ਜੀ। ਤਾਂ ਸਰਕਾਰ ਜੇ ਸਾਡੀ ਬਣਾਈ ਹੋਈ ਗਵਰਨਮੈਂਟ ਸਾਨੂੰ APMC ਦੇ ਅਕੋਰਡਿੰਗ MPS ਨਹੀਂ ਦੇ ਰਹੀ, MSP ਨਹੀਂ ਦੇ ਰਹੀ, ਤੇ ਇਹਨਾਂ ਨੇ ਕਿੱਥੋਂ ਦੇਣਾ ਸਾਨੂੰ ਜੀ, ਠੀਕ ਹੈ ਨਾ ਜੀ। ਇਹ ਕੁਛ ਯਾਨੀ ਕਿ ਇਹਨਾਂ ਨੇ ਤਾਂ ਕਿਹਾ ਵੀ ਟੈਕਸ ਵੀ ਮਾਫ ਕਰ ਦੇਂਗੇ ਅਸੀਂ, ਕੋਈ ਜਿਹੜਾ ਬਾਹਰੋਂ ਲੈਣ ਦੇਣਾ ਪ੍ਰਾਈਵੇਟ ਸੈਕਟਰ ਲੈਣ ਦੇਣ ਕਰੂਗਾ, ਉਹਦੇ 'ਚ ਕੋਈ ਟੈਕਸ ਨਹੀਂ ਹੋਊਗਾ ਜਿਹੜਾ ਬਾਹਰ ਵੇਚੂਗਾ। ਪਰ ਇਹ ਸਾਰਾ ਕਾਈਂਡ ਆਫ ਅਟਰੈਕਟਿਵ ਬਣਾਉਣ ਵਾਸਤੇ ਉਹ ਬਿੱਲ ਨੂੰ ਕੀਤਾ ਜਾ ਰਿਹਾ ਸਾਰਾ ਕੁਝ। ਸਰ ਜੇ ਅਸੀਂ ਅੱਗੇ ਗੱਲ ਕਰੀ ਜਾਵੇ, ਕਿਤੇ ਨਾ ਕਿਤੇ ਕਿਹਾ ਜਾ ਰਿਹਾ ਸੀਗਾ ਕਿ ਜਿਹੜੇ ਪੰਜਾਬੀ ਗਾਇਕ ਹੈ ਉਹ ਇੱਕ ਤੋਂ ਬਾਅਦ ਇੱਕ ਅੱਗੇ ਆ ਰਿਹਾ ਹੈਗਾ ਕਿਸਾਨਾਂ ਦੀ ਹਮਾਇਤ ਦੇ ਵਿੱਚ, ਪਰ ਦੇਖਿਆ ਜਾਵੇ ਕਿਤੇ ਲੱਗ ਰਿਹਾ ਕਿ ਇਹ ਸੰਘਰਸ਼ ਬਹੁਤ ਲੰਮਾ ਚੱਲਣ ਵਾਲਾ ਹੈ, ਤਾਂ ਕਿਸਾਨ ਤਾਂ ਇਸ ਸੰਘਰਸ਼ ਦੇ ਲਈ ਤਿਆਰ ਹੈ। ਕੀ ਤੁਹਾਨੂੰ ਲੱਗ ਰਿਹਾ ਕਿ ਗਾਇਕ ਜੋ ਆਪਣਾ ਕਿੱਤਾ ਛੱਡ ਕੇ ਕਿਤੇ ਨਾ ਕਿਤੇ ਸੰਘਰਸ਼ ਦੇ ਵਿੱਚ ਲੰਮੇ ਸਮੇਂ ਤੱਕ ਟਿਕ ਪਾਉਣਗੇ? ਗਾਇਕ ਅਸੀਂ ਬਾਅਦ ਚੋਂ ਹਾਂ ਜੀ, ਪਹਿਲਾਂ ਕਿਸਾਨ ਹੀ ਆ, ਸੋ ਕੋਈ ਦਿੱਕਤ ਵਾਲੀ ਗੱਲ ਨਹੀਂ। ਇਹਦਾ ਤੁਹਾਨੂੰ ਟਾਈਮ ਦੱਸੂਗਾ ਵੀ ਅਸੀਂ ਲੱਗਦੇ ਜਾਂ ਨਹੀਂ ਲੱਗਦੇ, ਕੋਈ ਦਿੱਕਤ ਨਹੀਂ। ਬਾਕੀ ਅਸੀਂ ਹੁਣ ਮੈਂ ਵਾਰੀ ਉਸ ਚੀਜ਼ ਨੂੰ ਦੁਬਾਰੇ ਦੁਹਰਾਉਣਾ ਨਹੀਂ ਚਾਹੁੰਦਾ ਵੀ ਅਸੀਂ ਪਹਿਲਾਂ ਕਿਸਾਨਾਂ ਜੀ, ਬਾਅਦ ਚੋਂ ਕਲਾਕਾਰਾਂ, ਤੇ ਜਿੱਥੇ ਕਿਸਾਨਾਂ ਦੇ ਹੱਕ ਦੀ ਗੱਲ ਹੋਊਗੀ ਅਸੀਂ ਉੱਥੇ ਖੜਾਂਗੇ ਉਹਨਾਂ ਨਾਲ। ਸਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ, ਕਿਤੇ ਨਾ ਕਿਤੇ ਗਾਇਕ ਵੀ ਦੋ ਧੜਿਆਂ 'ਚ ਵੰਡੇ ਗਏ। ਇੱਕ ਧੜਾ ਉਹ ਹੈ ਜਿਹੜਾ ਕਿਸਾਨਾਂ ਦੀ ਸਪੋਰਟ ਤੇ ਉਤਰਿਆ ਹੋਇਆ, ਦੂਜਾ ਧੜਾ ਉਹ ਹੈ ਜਿਹੜਾ ਲਗਾਤਾਰ ਕਹਿ ਰਿਹਾ ਕਿ ਨਹੀਂ ਜੀ ਇਹ ਤਾਂ ਕਿਸਾਨਾਂ ਦੇ ਹੱਕ ਦੇ ਵੇਲੇ, ਕਿਸਾਨਾਂ ਦੇ ਪੱਖ ਦੇ ਵੇਲੇ। ਗੱਲ ਮੈਂ ਕਰਾਂ ਕੰਗਰਾ ਰਣੌਤ ਦੀ, ਸਨੀ ਦਿਓਲ ਪੰਜਾਬ ਤੋਂ ਗਏ ਨੇ, ਉਹ ਇਸ ਦੀ ਸਿਫਾਰਿਸ਼ਾਂ ਕਰ ਰਹੇ ਨੇ। ਤਾਂ ਇਹ ਦੋ ਧੜਿਆਂ ਨੂੰ ਔਰ ਦੋਨਾਂ ਦੇ ਵਿਚਾਰਾਂ ਨੂੰ ਸਿੱਧੂ ਮੂਸੇਵਾਲਾ ਕਿੱਦਾਂ ਦੇਖ ਰਿਹਾ? ਬਹੁਤ ਮਾੜੀ ਗੱਲ ਹੈ। ਜੇ ਤੁਸੀਂ ਸਾਡੇ 'ਚ ਰਹਿ ਕੇ, ਸਾਡੇ ਤੋਂ ਬਣ ਕੇ, ਸਾਡੇ
ਪੈਸੇ ਦੁਆਰਾ ਬਣਾਈਆਂ ਗਈਆਂ ਫਿਲਮਾਂ ਹੈ ਨਾ, ਸਾਡੇ ਵੱਲੋਂ ਐਪਰੀਸ਼ੀਏਟ ਗਈਆਂ ਚੀਜ਼ਾਂ ਤੋਂ ਸਾਡੇ ਯਾਨੀ ਕਿ ਆਖਿਰ ਕਲਾਕਾਰ ਨੂੰ ਦੇਖਦਾ ਕੌਣ ਹੈ ਜੀ, ਸੁਣਦਾ ਕੌਣ ਆ? ਉਹ ਅਸੀਂ ਲੋਕ ਹੀ ਸੁਣਦੇ ਹਾਂ। 60 ਕਰੋੜ ਕਿਸਾਨ ਦੇਖਦਾ ਹੈ ਨਾ ਵੀ ਯਾਰ, ਜੇ ਤੁਸੀਂ ਸਾਡੀ ਗੱਲ ਨਹੀਂ ਸਮਝ ਸਕਦੇ ਅਸਲ ਦੇ ਵਿੱਚ ਨਾ, ਉਹਨਾਂ ਨੂੰ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਉਹਨਾਂ ਦੀ ਵੀ ਜਾਂ ਉਹ ਜਾਣ ਕੇ ਰਹੇ, ਪਰ ਉਹ ਅਸਲ ਸੱਚਾਈ ਤੋਂ ਦੂਰ ਨੇ, ਠੀਕ ਹੈ ਨਾ। ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸਲ ਯਾਰ ਮੁੜਕੇ ਦੀ ਵੈਲਿਊ ਕੀ ਹੈ, ਠੀਕ ਹੈ। ਜੇ ਸ਼ਾਇਦ ਉਹਨਾਂ ਨੇ ਸਾਡੀ ਜ਼ਿੰਦਗੀ ਨੂੰ ਨੇੜਿਓਂ ਦੇਖਿਆ ਹੁੰਦਾ ਤਾਂ ਸ਼ਾਇਦ ਉਹ ਇਹੋ ਜਿਹੀ ਹਰਕਤ ਨਾ ਕਰਦੇ ਹਨ। ਪਰ ਜਿਹੜੇ ਵੀ ਇਹ ਕਰ ਰਹੇ ਨੇ, ਮੈਂ ਪਰ ਜ਼ੋਰ ਦਿੰਦਾ ਕਰਦਾ ਵੀ ਯਾਰ ਇਦਾਂ ਨਹੀਂ ਹੋਣਾ ਚਾਹੀਦਾ। ਘੱਟੋ ਘੱਟ ਤੁਸੀਂ ਤਾਂ ਸਾਡੇ ਹੋ ਯਾਰ, ਤੁਹਾਨੂੰ ਤਾਂ ਬੋਲਣਾ ਚਾਹੀਦਾ। ਸਨੀ ਦਿਓਲ ਜੀ ਆਪਣੇ ਗੁਰਦਾਸਪੁਰ ਤੋਂ ਕੀ ਕਹਿੰਦੇ ਹੁੰਦੇ ਨੇ MP ਨੇ, ਠੀਕ ਹੈ ਨਾ, ਪਰ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਯਾਰ। ਕਿਸਾਨਾਂ ਨੇ ਤੁਹਾਨੂੰ MP ਬਣਾਇਆ ਹੈ ਨਾ, ਵੀ ਤੁਸੀਂ ਘੱਟੋ ਘੱਟ ਹੱਕ 'ਚ ਤਾਂ ਬੋਲ ਪੋ, ਠੀਕ ਹੈ। ਵਿਰੋਧ ਕਰਨ ਦੀ ਤਾਂ ਗੱਲ ਦੂਰ ਹੈ, ਤੁਸੀਂ ਇਹ ਤਾਂ ਕਹਿ ਦਿਓ ਯਾਰ ਵੀ ਮਾੜਾ ਕੀਤਾ ਇਹਨਾਂ ਨੇ, ਹੈ ਨਾ। ਗੋਡਾ ਤਾਂ ਨਵਾ ਦਿਓ ਇੱਕ ਵਾਰੀ, ਵੀ ਇਹ ਬਹੁਤ ਬੁਰੀ ਗੱਲ ਹੈ। ਮੈਂ ਵੀ ਇਸ ਚੀਜ਼ ਤੇ ਹੈਰਾਨ ਆ ਵੀ ਘੱਟੋ ਘੱਟ ਉਹਨਾਂ ਨੂੰ ਤਾਂ ਪੱਖ 'ਚ ਆਉਣਾ ਚਾਹੀਦਾ ਸੀ, ਉਹ ਕਿਉਂ ਖਿਲਾਫ ਨੇ ਜੀ। ਸਰ ਕਿਤੇ ਨਾ ਕਿਤੇ ਗੱਲ ਕਰੀ ਜਾਵੇ ਤਾਂ ਜਿਹੜੇ ਇਹ ਸੰਘਰਸ਼ ਹੈ, ਇਸ ਦੇ ਵਿੱਚ ਰਾਜਨੀਤਿਕ ਪਾਰਟੀਆਂ ਵੀ ਹੁਣ ਕੁੱਦ ਪਈਆਂ ਨੇ। ਰਾਜਨੀਤੀ ਪਾਰਟੀਆਂ, ਹਰ ਰਾਜਨੀਤੀ ਪਾਰਟੀ ਆਪਣੇ ਲੈਵਲ ਤੇ ਪ੍ਰੋਟੈਸਟ ਕਰ ਰਹੀ ਹੈ, ਹਰ ਰਾਜਨੀਤੀ ਪਾਰਟੀ ਆਪਣੇ ਦਾਅਵੇ ਪੇਸ਼ ਕਰ ਰਹੀ ਹੈ। ਸਿੱਧੂ ਮੂਸੇਵਾਲਾ, ਜੇ ਮੈਂ ਪੁੱਛਾਂ ਤੁਹਾਨੂੰ ਕਿ ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਰਾਜਨੀਤੀ ਪਾਰਟੀਆਂ ਦੇ ਇਸ ਸੰਘਰਸ਼ ਦੇ ਵਿੱਚ ਐਂਟਰ ਹੋਣ ਦੇ ਨਾਲ ਕਿਤੇ ਨਾ ਕਿਤੇ ਸੰਘਰਸ਼ ਕਮਜ਼ੋਰ ਪੈਂਦਾ ਨਜ਼ਰ ਆਏਗਾ? ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਸੰਘਰਸ਼ ਦੇ ਵਿੱਚ ਰਾਜਨੀਤਿਕ ਪਾਰਟੀਆਂ 'ਚ ਕੌਣ ਨੇ? ਰਾਜਨੀਤਿਕ ਪਾਰਟੀਆਂ ਵਾਲੇ ਕੌਣ ਨੇ? ਉਹਨਾਂ ਨੂੰ ਕਿੰਨਾਂ ਨੇ ਵੋਟਾਂ ਪਾਈਆਂ ਨੇ? ਆਖਿਰ ਹੈਗੇ ਤਾਂ ਉਹ ਵੀ ਕਿਸਾਨਾਂ ਦੇ ਜਵਾਕ ਹੀ ਨੇ। ਜੇ ਕਿਸਾਨ ਹੀ ਨਹੀਂ ਰਹੂਗਾ, ਉਹਨਾਂ ਤੇ ਵੀ ਤਾਂ ਫਰਕ ਪਊਗਾ। ਉਹਨਾਂ ਨੂੰ ਕਿਹਨਾਂ ਨੇ ਵੋਟ ਪਾਉਣੀ ਹੈ? ਪਰ ਮੈਂ ਇੱਕ ਗੱਲ ਕਹਿਣਾ ਵੀ ਦੇਖੋ, ਵਿਰੋਧ ਹੈ, ਇੱਕ ਸਰਕਾਰ ਦਾ ਵਿਰੋਧ ਹੈ, ਸੈਂਟਰ ਸਰਕਾਰ ਦਾ ਵਿਰੋਧ ਹੈ ਯਾਰ। ਜੇ ਉਹਦੇ 'ਚ ਕੋਈ ਵੀ ਹਿੱਸਾ ਬਣਦਾ ਤਾਂ ਉਹਨੂੰ ਬਣਨ ਦਿਓ। ਹਾਂ, ਜੇ ਉਹ ਰਾਜਨੀਤੀ ਕਰਦਾ ਫਿਰ ਉੱਥੇ ਉਹਦੀ ਮਾੜੀ ਗੱਲ ਹੈ, ਪਰ ਜੇ ਕੋਈ ਸੱਚੇ ਦਿਲੋਂ ਕੋਈ ਕਿਸੇ ਚੀਜ਼ ਦੇ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦਾ ਤਾਂ ਸਾਨੂੰ ਉਹਨਾਂ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਵੀ ਇਹ ਪਾਰਟੀ ਦਾ ਜਾਂ ਕਿਸੇ ਹੋਰ ਚੀਜ਼ ਦਾ ਹੈ। ਆਪਣਾ ਮੇਨ ਮੁੱਦਾ ਇਹ ਹੈ ਸੰਘਰਸ਼, ਠੀਕ ਹੈ। ਸੰਘਰਸ਼ ਨੂੰ ਤਾਕਤਵਰ ਬਣਾਉਂਦਾ ਜੇ ਕੋਈ ਤਾਂ ਵੈਲਕਮ ਹੈ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਉੱਥੇ ਰਾਜਨੀਤੀ ਕਰਦਾ ਫੜ ਕੇ ਕੱਢ ਦਿਓ ਜੀ ਉਹਨਾਂ ਨੂੰ। ਸਰ ਅਸੀਂ ਗੱਲ ਕਰੀਏ, ਤੁਹਾਡੇ ਮਾਤਾ ਜੀ ਖੁਦ ਮੂਸਾ ਪਿੰਡ ਦੇ ਸਰਪੰਚ ਨੇ, ਔਰ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਇੱਕ ਅਪੀਲ ਕੀਤੀ ਸੀ ਕਿ ਜੋ ਪਿੰਡ ਦੀ ਪੰਚਾਇਤ ਹੈ, ਪਿੰਡ ਦੇ ਸਰਪੰਚ ਨੇ, ਉਹ ਗ੍ਰਾਮ ਸਭਾ ਬੁਲਾਵੇ। ਪਿੰਡ ਦੇ ਪੰਚਾਇਤ ਕੋਲੇ ਅਧਿਕਾਰ ਹੈ ਕਿ ਉਹ ਇਸ ਬਿੱਲ ਨੂੰ ਰੱਦ ਕਰਕੇ ਮਤਾ ਪਾਸ ਕਰਕੇ ਭੇਜੇ। ਤਾਂ ਕੀ ਤੁਸੀਂ ਆਪਣੀ ਮਾਤਾ ਨਾਲ ਗੱਲ ਹੋਈ ਹੈ, ਔਰ ਕੀ ਤੁਹਾਡੇ ਪਿੰਡ ਵੱਲੋਂ ਇਹ ਮਤਾ ਪਾਸ ਕੀਤਾ ਜਾ ਰਿਹਾ ਕਿ ਇਹਨਾਂ ਬਿੱਲਾਂ ਨੂੰ ਅਸੀਂ ਰੱਦ ਕਰਦੇ ਹਾਂ? ਅਸੀਂ ਕਰਾਂਗੇ ਜੀ। ਦੇਖੋ, ਜਿਹੜੀ ਕਿਸਾਨਾਂ ਦੀ ਚੀਜ਼ ਦੇ ਹਿੱਤ ਵਿੱਚ ਹੈ, ਚਾਹੇ ਉਹ ਕੋਈ ਵੀ ਬੰਦਾ ਕਹਿ ਰਿਹਾ, ਭਗਵੰਤ ਮਾਨ ਕਹਿ ਰਿਹਾ, ਚਾਹੇ ਕੋਈ ਕਿਸੇ ਵੀ ਪਾਰਟੀ ਦਾ ਕਹਿ ਰਿਹਾ, ਜੋ ਸਾਡੇ ਹਿੱਤ 'ਚ ਵਿੱਚ ਹੈ, ਕਿਸਾਨਾਂ ਦੇ ਹਨਾ ਹਿੱਤ ਦੇ ਵਿੱਚ ਹੈ, ਅਸੀਂ 101% ਠੋਕ ਕੇ ਨਾਲ ਆ ਜੀ, ਠੀਕ ਹੈ ਜੀ। ਤੇ ਮਤਾ ਵੀ ਪਾਵਾਂਗੇ ਜੀ ਅਸੀਂ। ਅੱਜ ਦੀ ਜੋ ਪੂਰਾ ਸੰਘਰਸ਼ ਕਰਨ ਜਾ ਰਹੇ ਹੋ, ਸੰਘਰਸ਼ ਦੀ ਪੂਰੀ ਰੂਪਰੇਖਾ ਕੀ ਰਹੇਗੀ? ਕੌਣ ਬੰਦਾ ਪਹੁੰਚ ਰਿਹਾ ਔਰ ਕਿੱਦਾਂ ਦੇ ਨੌਜਵਾਨ? ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਨੌਜਵਾਨ ਹੁੱਲੜਬਾਜ਼ੀ ਕਰਦੇ ਆ, ਨੌਜਵਾਨ ਪੰਜਾਬ ਦੇ ਨਸ਼ਿਆਂ 'ਚ ਨੇ, ਦਿੱਲੀ ਵੱਲੋਂ ਕਿਹਾ ਜਾ ਰਿਹਾ ਸੀ। ਤਾਂ ਅੱਜ ਦੇ ਧਰਨੇ ਦੇ ਵਿੱਚ ਕੀ ਦੇਖਣ ਨੂੰ ਮਿਲੇਗਾ? ਕੀ ਇਦਾਂ ਦੀ ਕੋਈ ਚੀਜ਼ ਤਾਂ ਨਹੀਂ ਸਾਨੂੰ ਨਜ਼ਰ ਆਏਗੀ ਨਾ? ਰੌਲਾ ਆਹੀ ਹੈ ਜੀ, ਇਹੀ ਇਹਨਾਂ ਨੂੰ ਰੋਂਗ ਪ੍ਰੂਵ ਕਰਨਾ ਹੈ ਵੀ ਜਿਹੜੇ ਆਹ ਮੁੰਡੇ ਫਿਰਦੇ ਨੇ, ਮੰਡੀਰ ਨਹੀਂ ਹੈਗੀ, ਠੀਕ ਹੈ। ਤੇ ਮੰਡੀਰ ਜੇ ਗੋਡੇ ਲਵਾਉਣ ਤੇ ਆ ਜਾਂਦੀ ਤਾਂ ਗੋਡੇ ਵੀ ਲਵਾ ਦਿੰਦੀ ਹੈ ਨਾ। ਰੌਲਾ ਇਹ ਹੈ ਵੀ 90% ਲੋਕਾਂ ਨੂੰ ਇਹ ਲੱਗਦਾ ਵੀ ਜਿਹੜਾ ਯੂਥ ਹੈ ਸਿਰਫ ਗਾਣਿਆਂ ਦੇ ਵਿੱਚ ਹੀ ਇੰਟਰਸਟਡ ਹੈ ਜਾਂ ਕੁਝ ਹੋਰ ਹੈ। ਉਦੋਂ ਤੱਕ ਇੰਟਰਸਟਡ ਹੈ ਜਦੋਂ ਤੱਕ ਕੋਈ ਵਿਪਤਾ ਨਹੀਂ ਪੈਂਦੀ। ਜਦੋਂ ਵਿਪਤਾ ਪੈਂਦੀ, ਸਾਰੇ ਇੱਕੋ ਪਾਤੇ ਆ। ਸਰ ਗੱਲ ਕਰੀ ਜਾਵੇ, ਕਿਤੇ ਨਾ ਕਿਤੇ ਮੂਸੇਵਾਲੇ ਦੇ ਫੈਨ ਬਹੁਤ ਨੇ ਪੰਜਾਬ ਦੇ ਵਿੱਚ। ਅੱਜ ਤੁਹਾਡੇ ਧਰਨੇ ਵਿੱਚ ਵੀ ਤਕਰੀਬਨ ਲੋਕ ਜਿਹੜੇ ਤੁਹਾਡੇ ਫੈਨ ਪਹੁੰਚ ਰਹੇ ਨੇ। ਤੁਸੀਂ ਲਗਾਤਾਰ ਇੰਸਟਾਗ੍ਰਾਮ ਜਰੀਏ, ਫੇਸਬੁੱਕ ਜਰੀਏ ਅਪੀਲ ਕੀਤੀ ਹੈ, ਤੁਹਾਡੇ ਜਿਹੜੇ ਸਾਥੀ ਕਲਾਕਾਰ ਆ ਉਹ ਪਹੁੰਚ ਰਹੇ ਆ। ਤਾਂ ਕਿਤੇ ਨਾ ਕਿਤੇ ਜੋ ਨੌਜਵਾਨ ਹੈ, ਨੌਜਵਾਨਾਂ ਨੂੰ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਖੇਤੀਬਾੜੀ ਵੱਲ ਪੜ੍ਹਿਆ ਵੀ ਹੈ ਕਿ ਸਿੱਧੂ ਮੂਸੇਵਾਲੇ ਦੀ ਫੈਨ ਫੋਲੋਇੰਗ ਕਰਕੇ ਇੱਥੇ ਪਹੁੰਚ ਰਿਹਾ? ਦੇਖੋ ਜੀ, ਮੈਨੂੰ ਲੱਗਦਾ ਵੀ 70% ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੋਣਾ, ਠੀਕ ਹੈ। ਜਿਨ੍ਹਾਂ ਨੂੰ ਨਹੀਂ ਪਤਾ ਹੋਊ ਉਹਨਾਂ ਨੂੰ ਅੱਜ ਅਸੀਂ ਦੱਸਾਂਗੇ ਵੀ ਐਕਚੁਅਲੀ ਇਹ ਗੱਲ ਹੈ ਕੀ ਹੈਗੀ, ਠੀਕ ਹੈ ਨਾ। ਕੋਈ ਦਿੱਕਤ ਵਾਲੀ ਗੱਲ ਨਹੀਂ ਜੀ। ਦੇਖੋ, ਹੋ ਸਕਦਾ ਕਈ ਵਾਰੀ ਕਈਆਂ ਨੂੰ ਨੌਲੇਜ ਨਾ ਹੋਵੇ, ਅਸੀਂ ਕਾਹਦੇ ਵਾਸਤੇ ਬੈਠੇ ਹਾਂ, ਠੀਕ ਹੈ ਨਾ। ਜੇ ਉਹਨਾਂ ਨੂੰ ਨਹੀਂ ਪਤਾ ਤਾਂ ਸਾਡਾ ਦੱਸਣਾ ਫਰਜ਼ ਹੈ, ਅਸੀਂ ਦੱਸਣ ਵਾਸਤੇ ਜਾਵਾਂਗੇ ਜੀ ਵੀ ਭਾਈ ਤੁਹਾਡੇ ਤੇ ਕਮੀ ਪੈ ਰਹੀ ਹੈਗੀ, ਠੀਕ ਹੈ ਨਾ, ਤੇ ਆਪਣੇ ਤੇ ਡਾਕਾ ਪਊਗਾ ਜੇ ਤੁਸੀਂ ਹੁਣ ਨਾ ਸੰਭਲੇ ਤਾਂ। ਸਿੱਧੂ ਸਾਹਿਬ ਗੱਲ ਕਰੀ ਜਾਵੇ, ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਗੱਲ ਕਰੀਏ, तमाम ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ, ਤਾਂ ਉਹਨਾਂ ਵੱਲੋਂ ਲਗਾਤਾਰ ਇਹ ਚੀਜ਼ ਚੱਕੀ ਜਾ ਰਹੀ ਹੈ ਕਿ ਅਸੀਂ ਇਸ ਬਿੱਲ ਨੂੰ ਰੋਕ ਕੇ ਰਵਾਂਗੇ, ਇਸ ਬਿੱਲ ਨੂੰ ਰੋਕਾਂਗੇ। ਤਾਂ ਤੁਹਾਡੀ ਹੁਣ ਤੱਕ ਕਿਸੇ ਸਰਕਾਰ ਦੇ ਬੰਦੇ ਨਾਲ ਜਾਂ ਕਿਸੇ ਰਾਜਨੀਤੀ ਪਾਰਟੀ ਨਾਲ ਗੱਲ ਹੀ ਹੋਵੇ ਕਿ ਆਪਾਂ ਮਿਲ ਜੁਲ ਕੇ, ਕਿਉਂਕਿ ਜੇ ਗਾਇਕ ਅੱਗੇ ਆ ਰਹੇ ਤਾਂ ਗਾਇਕ ਮਿਲ ਜੁਲ ਕੇ ਇਸ ਚੀਜ਼ ਨੂੰ ਅੱਗੇ ਵਧਾਉਣ? ਗੱਲ ਕੀ ਹੈ ਜੀ, ਉਹੀ ਰੌਲਾ ਜੀ। ਪਹਿਲੀ ਗੱਲ ਤਾਂ ਤੁਸੀਂ ਸਾਨੂੰ ਗਾਇਕ ਕਹਿਣਾ ਹਟੋ, ਹਨਾ। ਲੋਕ ਸਾਨੂੰ ਇਹ ਤੁਸੀਂ ਇੱਕ ਬੰਦੇ ਕ੍ਰਿਟੀਸਾਈਜ਼ ਕਰੇ ਗਾਇਕ ਜੀ। ਗਾਇਕ ਯਾਰ, ਗਾਇਕ ਕੋਈ ਤਾਂ ਤੋਂ ਏਲੀਅਨ ਡਿੱਗ ਕੇ ਆਉਂਦੇ ਨੇ? ਗਾਇਕ ਵੀ ਤਾਂ ਇਨਸਾਨ ਹੀ ਨੇ। ਅਸੀਂ ਵੀ ਯਾਰ ਤੁਹਾਡੇ ਸਾਹਮਣੇ, ਸਾਡੇ ਘਰੇ 2 ਟਰੈਕਟਰ ਨੇ, ਅਸੀਂ ਆਪ ਖੇਤੀ ਕਰਦੇ, ਅਸੀਂ ਕਿਸਾਨ ਆ, ਠੀਕ ਹੈ ਨਾ। ਜਦੋਂ ਅਸੀਂ ਗਾਵਾਂਗੇ ਉਦੋਂ ਅਸੀਂ ਗਾਇਕ ਆ, ਜਦੋਂ ਅਸੀਂ ਸਟੇਜ 'ਤੇ ਅਸੀਂ ਗਾਇਕ ਆ, ਨਹੀਂ ਅਸੀਂ ਆਪਦੇ ਨੋਰਮਲ ਇਨਸਾਨ ਆ, ਨੋਰਮਲ ਤਰੀਕੇ ਨਾਲ ਜ਼ਿੰਦਗੀ ਜਿਉਣ ਵਾਲੇ ਬੰਦੇ ਆ, ਠੀਕ ਹੈ। ਇਹ 'ਚ ਕੋਈ ਪਾਰਟੀਆਂ ਕਹਿ ਰਹੀਆਂ ਯਾਰ ਸਾਡਾ ਕਿਸੇ ਨਾਲ ਵਿਰੋਧ ਹੀ ਨਹੀਂ। ਅਸੀਂ ਤਾਂ ਇਹ ਕਹਿਣਾ ਵੀ ਭਾਈ ਜੇ ਕੋਈ ਸਾਡੀ ਬਾਂਹ ਬਣ ਕੇ ਸਾਡੇ ਨਾਲ ਧਰਨੇ 'ਚ ਖੜੂ, ਅਸੀਂ ਖੜੋ ਯਾਰ, ਪਰ ਅਸੀਂ ਝੰਡੀ ਨਹੀਂ ਲਾਉਣ ਦਿੰਦੇ ਕਿਸੇ ਦੀ। ਝੰਡੀ ਸਿਰਫ ਸਾਡੇ ਨੌਜਵਾਨ ਕਿਸਾਨ ਏਕਤਾ ਦੀ ਹੋਊਗੀ, ਨਾ ਉੱਥੇ ਅਕਾਲੀਆਂ ਦੀ, ਨਾ ਕਾਂਗਰਸ ਦੀ, ਨਾ ਆਮ ਜੀ ਕਿਸੇ ਹੋਰ ਦੀ। ਅਸੀਂ ਪੋਲੀਟੀਕਲ ਚੀਜ਼ ਦਾ ਹਿੱਸਾ ਨਹੀਂ ਬਣਨਾ। ਅਸੀਂ ਸਿਰਫ ਆਪਣੇ ਹੱਕਾਂ ਵਾਸਤੇ ਆਏ ਹਾਂ, ਦਹਿਸ਼ਤ ਤੇ ਹੱਕਾਂ ਵਾਸਤੇ ਹੀ ਰਵਾਂਗੇ।
ਸਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦੇਖਿਆ ਜਾਂਦਾ ਕਿ ਅਕਸਰ ਰਾਜਨੀਤੀ ਪਾਰਟੀਆਂ ਦੀ ਜਿਸ ਟਾਈਮ ਰੈਲੀਆਂ ਹੁੰਦੀਆਂ ਇਲੈਕਸ਼ਨ ਦਾ ਟਾਈਮ ਹੁੰਦਾ ਹਰ ਪਾਰਟੀ ਗਾਇਕਾਂ ਨੂੰ ਸੱਦਾ ਦੇ ਰਹੀ ਹੈ ਕਿ ਤੁਸੀਂ ਸਾਡੇ ਕੋਲ ਆਓ, ਵੋਟਾਂ ਸਾਨੂੰ ਪਾਓ, ਹਨਾ, ਸਾਡੇ ਲਈ ਅਪੀਲ ਕਰੋ। ਤਾਂ ਅੱਜ ਜਦੋਂ ਪੰਜਾਬ ਤੇ ਭੀੜ ਪਈ ਹੈ, ਤੁਸੀਂ ਪਹਿਲਾਂ ਬੇਸ਼ੱਕ ਕਿਸਾਨ ਹੋ ਪਰ ਕਿਤੇ ਨਾ ਕਿਤੇ ਜਿਹੜੀ ਸਿੱਧੂ ਮੂਸੇਵਾਲੇ ਦੀ ਇੱਕ ਪਛਾਣ ਆ ਉਹ ਇੱਕ ਗਾਇਕ ਦੇ ਤੌਰ ਤੇ ਸਭ ਤੋਂ ਮੇਨ ਗਾਇਕ ਦੇ ਤੌਰ ਤੇ ਹੈ। ਤਾਂ ਕੀ ਗਾਇਕਾਂ ਨੇ ਰਾਜਨੀਤੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਅੱਜ ਜੀ ਸਾਡੇ ਕਿਸਾਨਾਂ ਤੇ ਭੀੜ ਪਈ ਹੈ, ਅੱਜ ਤੁਸੀਂ ਸਾਡੇ ਨਾਲ ਆਓ? ਅਸੀਂ ਰਾਜਨੀਤੀ ਪਾਰਟੀਆਂ ਨੂੰ ਅਪੀਲ ਨਾ ਕਦੇ ਕੀਤੀ ਤੇ ਨਾ ਕਦੇ ਕਰਾਂਗੇ, ਉਹਨਾਂ ਦਾ ਫਰਜ਼ ਬਣਦਾ ਉਹ ਆਪ ਆਉਣ। ਅਸੀਂ ਅਪੀਲ ਕੀਤੀ ਆਪਣੇ ਭਰਾਵਾਂ ਨੂੰ, ਸਿਰਫ ਯੰਗ ਜਨਰੇਸ਼ਨ ਨੂੰ, ਠੀਕ ਹੈ। ਬਜ਼ੁਰਗ ਸਾਡੇ ਮਾਪਿਓ, ਸਾਡੇ ਚਾਚੇ ਤਾਏ ਤਾਂ ਇਸ ਚੀਜ਼ ਦੇ ਵਿੱਚ ਪਹਿਲੇ ਹੀ ਹੈਗੇ ਨੇ। ਰਹਿੰਦੀ ਗੱਲ ਸੀ ਇਕੱਲਾ ਸੀਗਾ ਨੌਜਵਾਨ ਨਹੀਂ ਸੀ, ਉਹਨਾਂ ਨੂੰ ਅਸੀਂ ਸੱਦਾ ਦਿੱਤਾ। ਦੱਸ ਇਹਦਾ ਇਹੀ ਮੋਟਿਵ ਹੈ। ਸਿੱਧੂ ਸਾਹਿਬ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਇਸ ਧਰਨੇ ਦੇ ਵਿੱਚ ਸ਼ੁਮਾਰ ਹੋਣ ਔਰ ਜਿੱਥੇ ਜਿਹੜੇ ਇੱਥੇ ਮਾਨਸਾ ਨਹੀਂ ਪਹੁੰਚ ਸਕੇ ਤਾਂ ਉਹ ਕਿਤੇ ਹੋਰ ਜਾ ਕੇ ਜਾਂ ਕਿਸੇ ਹੋਰ ਜੋ ਵੀ ਉਹਨਾਂ ਨੂੰ ਲੋਕੇਸ਼ਨ ਨੇੜੇ ਪੈ ਰਹੀ ਉੱਥੇ ਧਰਨੇ ਸ਼ੁਮਾਰ ਹੋਣ? ਜੀ, ਜਿੰਨੇ ਵੀ ਨੌਜਵਾਨ ਵੀਰ ਭਰਾ ਮੈਨੂੰ ਸੁਣ ਰਹੇ ਨੇ, ਮੈਨੂੰ ਪਿਆਰ ਕਰਦੇ ਨੇ, ਠੀਕ ਹੈ ਨਾ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਵੀਰੋ ਇਹ ਔਖਾ ਘੜੀ ਆ ਸਾਰੇ ਕਿਸਾਨਾਂ ਤੇ ਸਾਰੇ ਜਾਣੇ ਜਿੱਥੇ ਜਿੱਥੇ ਵੀ ਹੈਗਾ, ਇਹ ਜ਼ਰੂਰੀ ਨਹੀਂ ਹੈਗਾ ਵੀ ਇਕੱਲਾ ਮਾਨਸਾ, ਜਿੱਥੇ ਜਿੱਥੇ ਵੀ ਤੁਹਾਨੂੰ ਨੇੜੇ ਪੈਂਦਾ ਸਾਰੇ ਧਰਨਿਆਂ ਦੇ ਵਿੱਚ ਹਾਜ਼ਰੀ ਲਵਾਓ, ਸਾਰੇ ਜਾਣੇ ਪਹੁੰਚੋ ਤੇ ਕਿਸਾਨਾਂ ਨਾਲ ਗੋਡਾ ਲਵਾਓ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਇਹ ਸਨ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਕਿਸਾਨੀ ਦੇ तमाम ਮੁੱਦਿਆਂ ਨੂੰ ਲੈ ਕੇ ਗੱਲ ਕੀਤੀ। ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਆਪਣਾ ਧਰਨਾ ਸ਼ੁਰੂ ਕਰਨ ਜਾ ਰਹੇ ਨੇ ਔਰ ਇਸ ਵਕਤ ਮੇਰੇ ਨਾਲ ਨਿਪਿੰਦਰ ਸਿੰਘ ਬਰਾੜ ਜੁੜ ਚੁੱਕੇ ਨੇ। ਜੀ ਨਿਪਿੰਦਰ, ਟਾਸ ਟੂ ਯੂ। ਸ਼ੁਕਰੀਆ। ਸ਼ੰਭੂ ਬੈਰੀਅਰ ਤੇ ਵੀ ਕਿਸਾਨਾਂ ਨੇ ਅੱਜ ਵੱਡਾ ਧਰਨਾ ਦੇਣਾ ਹੈ, ਆਵਾਜ਼ ਚੁੱਕਣੀ ਹੈ ਔਰ ਇਸ ਆਵਾਜ਼ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੇ ਲਈ ਕਈ ਕਲਾਕਾਰ ਜਿਹੜੇ ਨੇ ਉਹਨਾਂ ਨੇ ਪਹੁੰਚਣਾ ਹੈ। ਪਰ ਸਭ ਤੋਂ ਪਹਿਲਾਂ ਦਲਜੀਤ ਕਲਸੀ, ਤੁਸੀਂ ਅਕਸਰ ਇਹਨਾਂ ਨੂੰ ਕਈ ਫਿਲਮਾਂ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਦੇਖਦੇ ਹੋ। ਦਲਜੀਤ ਕਲਸੀ ਇੱਥੇ ਸਾਰਿਆਂ ਤੋਂ ਪਹਿਲਾਂ ਪਹੁੰਚ ਗਏ ਨੇ। ਹਾਲਾਂਕਿ ਹੋਰ ਆਸੇ-ਪਾਸੇ ਤੁਸੀਂ ਦੇਖੋ ਕਿ ਨੌਜਵਾਨ ਕਿਸਾਨ ਆ ਜਿਹੜੇ ਤੁਹਾਨੂੰ ਤਸਵੀਰਾਂ ਦਿਖਾਉਣੇ, ਨੌਜਵਾਨ ਕਿਸਾਨ ਸਵੇਰ ਤੋਂ ਹੀ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਸਮਰਥਨ ਦੇ ਵਿੱਚ ਔਰ ਸਿੱਧੇ ਤੌਰ ਤੇ ਕੇਂਦਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਹੈ। ਦਲਜੀਤ ਹੋਰਾਂ ਨਾਲ ਗੱਲ ਕਰ ਲੈਂਦੇ ਆ ਕਿ ਦਲਜੀਤ ਜੀ, ਅੱਜ ਤੁਹਾਡਾ ਭਾਈਚਾਰਾ ਕਹਿ ਸਕਦੇ ਕਿ ਤੁਹਾਡਾ ਇੱਕ ਕਲਾਕਾਰ ਜਿਹੜੇ ਨੇ ਉਹ ਵੀ ਮੈਦਾਨ ਦੇ ਵਿੱਚ ਉਤਰੇ ਨੇ, ਤੁਸੀਂ ਆਏ ਹੋ, ਕੀ ਇਸ ਵੇਲੇ ਜ਼ਿਹਨ ਦੇ ਵਿੱਚ ਚੱਲ ਰਿਹਾ ਔਰ ਕਿਸ ਤਰ੍ਹਾਂ ਲੱਗਦਾ ਹੈ ਕਿ ਕਿਸਾਨੀ ਦੀ ਆਵਾਜ਼ ਚੁੱਕਣੀ ਜ਼ਰੂਰੀ ਹੈ ਜਾਂ ਕਿਸਾਨੀ ਦੀ ਆਵਾਜ਼ ਰਲ ਮਿਲ ਕੇ ਚੁੱਕਣੀ ਪੈਣੀ ਹੈ? ਨਹੀਂ, ਮੈਨੂੰ ਮੇਰੇ ਹਿਸਾਬ ਨਾਲ ਇਹ ਜੋ ਕੁਝ ਹੋ ਰਿਹਾ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਰਹੀਆਂ। ਸਭ ਤੋਂ ਵੱਡੀ ਜਿਹੜੀ ਚੀਜ਼ ਹੋ ਰਹੀ ਹੈ, ਪਾਰਟੀਆਂ ਕਲੀਅਰ ਹੋ ਗਈਆਂ, ਕੌਣ ਕਿੱਥੇ ਖੜਾ ਹੈ, ਕਲਾਕਾਰ ਕਲੀਅਰ ਹੋ ਗਏ ਕਿਹੜੇ ਕਿਸ ਤਰਫ ਨੂੰ ਖੜੇ ਨੇ, ਸੈਲੀਬ੍ਰਿਟੀਜ਼ ਕਲੀਅਰ ਹੋ ਗਏ ਕੀ ਕੰਗਨਾ ਰਣੌਤ ਬੋਲਦੀ ਹੈ, ਕੀ ਅਨੁਪਮ ਖੇਰ ਬੋਲਦਾ ਹੈ ਜਾਂ ਹੋਰ ਕਈ ਨੇ, ਮੈਂ ਨਾਮ ਲੈਂਦਾ ਵੀ ਚੰਗਾ ਨਹੀਂ ਲੱਗਦਾ। ਆਮ ਬੰਦਾ ਵੀ ਬਹੁਤ ਜਗ੍ਹਾ ਤੇ ਕਲੀਅਰ ਹੋਇਆ, ਉਸ ਨੂੰ ਪੋਲੀਟੀਕਲ ਪਾਰਟੀਆਂ ਸਮਝ ਆ ਗਈਆਂ ਕਿਹੜੀ ਅਕਾਲੀ, ਕਿਹੜੀ ਬੀਜੇਪੀ, ਕਿਹੜੇ ਕਾਂਗਰਸ ਕਿੱਥੇ ਖੜੇ ਆ, ਆਪ ਵਾਲੇ ਕਿੱਥੇ ਖੜੇ ਆ। ਤਾਂ ਇਹ ਬਹੁਤ ਸਾਰਾ ਜਿਹੜਾ ਕਿਹਾ ਹੁੰਦਾ ਨਾ ਮੰਥਨ ਵੀ ਹੁੰਦਾ ਪਿਆ ਇਸ ਸਮੇਂ ਔਰ ਬਹੁਤ ਵੱਡੇ ਟਾਈਮ ਤੋਂ ਇੱਕ ਬਹੁਤ ਵੱਡੀ ਮੁਹਿੰਮ ਪੰਜਾਬ ਖੜੀ ਕਰਦਾ ਪਿਆ, ਜਿਹੜਾ ਹੁਣ ਤੱਕ ਦਾ ਮੇਰੇ ਖਿਆਲ ਨਾਲ ਇੰਡੀਆ ਦੇ ਵਿੱਚ ਮੋਦੀ ਦੇ ਖਿਲਾਫ ਇਹ ਸਭ ਤੋਂ ਵੱਡਾ ਮੁਹਿੰਮ ਬਣੇਗੀ। ਉਹਦਾ ਮੇਰੇ ਖਿਆਲ ਅੰਤ ਦੀ ਇਹ ਸ਼ੁਰੂਆਤ ਹੋਣ ਵਾਲੀ ਆ ਇਹ ਜਿਹੜੀ ਮੁਹਿੰਮ ਹੈ। ਤੁਸੀਂ ਖੁਦ ਕਿਸਾਨੀ ਦੇ ਬਾਰੇ ਸਮਝਦੇ ਹੋ, ਤੁਹਾਨੂੰ ਜਿਹੜੇ ਇਹ ਬਿੱਲ ਨੇ ਇਹਨਾਂ ਬਿੱਲਾਂ ਨੂੰ ਲੈ ਕੇ ਕਿੰਨਾ ਕੁ ਤੁਸੀਂ ਜਾਣਕਾਰੀ ਰੱਖਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਕਿਹੜੀ ਚੀਜ਼ ਜਿਹੜੀ ਹੈ ਇਹਦੇ ਵਿੱਚ ਕਿਸਾਨਾਂ ਦੇ ਖਿਲਾਫ ਜਾ ਰਹੀ ਹੈ ਔਰ ਕਿਸਾਨਾਂ ਦੇ ਉਲਟ ਜਿਹੜੇ ਇਹ ਬਿੱਲ? ਦੇਖੋ, ਇਹ ਜੋ ਆਰਡੀਨੈਂਸ ਹੈਗੇ ਨੇ, ਸਭ ਤੋਂ ਪਹਿਲਾਂ ਤਾਂ ਵਰਡ ਆਰਡੀਨੈਂਸ ਆਮ ਬੰਦੇ ਨੂੰ ਸਮਝ ਨਹੀਂ ਆਉਂਦਾ। ਆਰਡੀਨੈਂਸ ਹੁੰਦਾ ਜਿਹੜਾ ਮੋਟੀ ਗੱਲ ਸਮਝਣ ਵਾਲੀ ਆ, ਜਦੋਂ ਐਮਰਜੈਂਸੀ ਹੁੰਦੀ ਹੈ, ਕੋਈ ਬਾੜ ਆਈ ਹੋਈ ਹੈ ਜਾਂ ਵਾਰ ਹੋ ਰਹੀ ਹੈ, ਕੋਈ ਪਾਕਿਸਤਾਨ ਨੇ ਹਮਲਾ ਕਰਤਾ, ਅਮਰੀਕਾ ਨੇ ਹਮਲਾ ਕਰਤਾ, ਉਸ ਸਮੇਂ ਕੋਈ ਨਵਾਂ ਕਾਨੂੰਨ ਬਣਾਉਣਾ ਪਵੇ ਤੇ ਮੋਦੀ ਸਰਕਾਰ ਇਹ ਕਾਨੂੰਨ ਬਣਾਉਂਦੀ ਪਈ ਹੈ। ਇੱਕ ਤਰਫ ਤਾਂ ਕਹਿੰਦੇ ਕਰੋਨਾ ਨਾਲ ਲੜਨਾ, ਦੂਜੀ ਤਰਫ ਇਹ ਬਣਾ ਰਹੀ। ਇਹਦੀ ਲੋੜ ਕੀ ਸੀ? ਇਹ ਲੋੜ ਮੈਂ ਛੋਟੇ ਦੇ ਵਿੱਚ ਤਾਂ ਕਰਕੇ ਬੋਲਦਾ ਕਿ ਆਮ ਬੰਦੇ ਨੂੰ ਸਮਝ ਆਵੇ। ਇਸ ਦਾ ਮਤਲਬ ਕੀ ਹੈ? ਇੱਕ ਤਰਫ ਅੰਬਾਨੀ ਖੜਾ ਕਰਤਾ ਹੈ, ਇੱਕ ਤਰਫ ਅਡਾਨੀ ਖੜਾ ਕਰਤਾ ਹੈ ਔਰ ਇੱਕ ਤਰਫ ਕਿਸਾਨ ਖੜਾ ਕਰਤਾ। ਇਹ ਦੋਨਾਂ ਦਾ ਮੁਕਾਬਲਾ ਹੋਣਾ ਹੁਣ। ਇਹਨੂੰ ਆਪਾਂ ਆਰਡੀਨੈਂਸ ਦੀ ਲੈਂਗੁਏਜ ਤੇ ਕਾਨੂੰਨੀ ਲੈਂਗੁਏਜ ਜਾਵਾਂਗੇ ਤੇ ਲੰਬਾ ਹੋ ਜਾਣਾ। ਸਿੰਪਲ ਭਾਸ਼ਾ ਵਿੱਚ ਇੱਕ ਕਿਸਾਨ ਅਡਾਨੀ ਨਾਲ ਲੜੇਗਾ ਹੁਣ, ਜਿਸ 'ਚ ਸਾਨੂੰ ਪਤਾ ਜਿੱਤੇਗਾ ਕੌਣ, ਤੇ ਇਸ ਦਾ ਵਿਰੋਧ ਹੋਣਾ ਤਾਂ ਲਾਜ਼ਮੀ ਆ, ਹੋਣਾ ਹੀ ਚਾਹੀਦਾ। ਤੁਸੀਂ ਅੱਜ ਇੱਥੇ ਪਹੁੰਚੇ ਹੋ, ਇੱਕ ਹੌਸਲਾ ਅਫਜ਼ਾਈ ਵੀ ਹੈ, ਇੱਕ ਇਕੱਠੇ ਰਲ ਕੇ ਚੱਲਣ ਦੀ ਗੱਲ ਵੀ ਹੋ ਰਹੀ ਆ। ਸੰਘਰਸ਼ ਕੀ ਐਸਾ ਤਾਂ ਨਹੀਂ ਕਿ ਅੱਜ ਹੀ ਸੰਘਰਸ਼ ਖਤਮ ਹੋ ਜਾਊਗਾ ਜਾਂ ਫਿਰ ਇੱਕ ਲੰਬੀ ਲੜਾਈ ਤੁਹਾਨੂੰ ਲੱਗਦਾ ਹੈ ਕਿ ਲੜਨੀ ਪਏਗੀ ਔਰ ਤੁਸੀਂ ਮੈਦਾਨ ਦੇ ਵਿੱਚ ਉਤਰੇ ਰਹੋਗੇ? ਨਹੀਂ, ਅੱਜ ਅਗਰ ਇਹ ਅੰਤ ਹੈ ਤਾਂ ਫਿਰ ਤਾਂ ਇਹ ਸੰਘਰਸ਼ ਕਰਨ ਦਾ ਕੋਈ ਫਾਇਦਾ ਨਹੀਂ। ਇਹ ਤਾਂ ਸ਼ੁਰੂਆਤ ਹੋਣੀ ਚਾਹੀਦੀ ਅੱਜ ਦਾ ਦਿਨ। ਇੱਥੋਂ ਹਾਲੇ ਸੰਘਰਸ਼ ਬੜਾ ਲੰਬਾ ਜਾਣਾ। ਜਿਹੜਾ ਮੁਕਾਬਲਾ ਮੋਦੀ ਨਾਲ ਹੈ ਉਹ ਵੀ ਢੀਠ ਹੈ, ਉਸ ਨੂੰ ਹੋਰ ਜਿਹੜਾ ਸਾਨੂੰ ਸੰਘਰਸ਼ ਜਿਹੜਾ ਲੰਬਾ ਕਰਕੇ ਵਿਖਾਣਾ ਪੈਣਾ।
ਇੱਕ ਚੀਜ਼ ਨਹੀਂ ਲੱਗਦੀ ਕਿ ਸਾਰੇ ਆਪਣਾ ਆਪਣਾ ਝੰਡਾ ਚੱਕੀ ਫਿਰਦੇ ਆ ਜੀ, ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣਾ ਆਪਣਾ ਅਲੱਗ-ਅਲੱਗ ਝੰਡਾ ਚੱਕੀ ਫਿਰਦੀਆਂ, ਨਹੀਂ ਲੱਗਦਾ ਕਿ ਅੱਜ ਵੀ ਬੇਸ਼ੱਕ ਕਿਸਾਨ ਦੀ ਗੱਲ ਕਰਦੇ ਆ ਪਰ ਇੱਕ ਦੂਜੇ ਦੇ ਖਿਲਾਫ ਰਾਜਨੀਤਿਕ ਬਿਆਨ ਵੀ ਦੇਣੋਂ ਨਹੀਂ ਹਟਦੇ, ਕਿ ਨਹੀਂ ਲੱਗਦਾ ਕਿ ਅੱਜ ਤਾਂ ਇਕੱਠੇ ਹੋ ਜਾਣ? ਨਹੀਂ, ਅੱਜ ਮੈਂ ਉਹੀ ਤਾਂ ਪਹਿਲੀ ਗੱਲ ਆਪਣੀ ਸ਼ੁਰੂ ਇੱਥੋਂ ਕੀਤੀ। ਅੱਜ ਤਾਂ ਜਿਹੜਾ ਪਾਰਟੀਆਂ ਨੇ ਲੋਕਾਂ ਨੂੰ ਕਲੀਅਰ ਹੋ ਗਿਆ। ਅੱਜ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਅਕਾਲੀ ਕਿੱਥੇ ਖੜੇ ਨੇ ਜਾਂ ਬੀਜੇਪੀ ਕਿੱਥੇ ਖੜੀ ਹੈ ਜਾਂ ਕਾਂਗਰਸੀ ਕਿੱਥੇ ਖੜੇ ਨੇ। ਅੱਜ ਲੋਕਾਂ ਨੂੰ ਕਲੀਅਰ ਹੋ ਗਿਆ। ਉਹਨਾਂ ਦੀ ਤਾਂ ਮਜਬੂਰੀ ਹੈ ਪੋਲੀਟੀਕਲ ਪਾਰਟੀਆਂ ਦੀ, ਉਹਨਾਂ ਨੇ ਤਾਂ ਬੋਲੀ ਜਾਣਾ। ਅਗਰ ਮੈਂ ਜ਼ਿਆਦਾ ਨਹੀਂ ਬੋਲਾਂ, ਮਤਲਬ ਜ਼ਿਆਦਾ ਤਮੀਜ਼ ਦੇ ਵਿੱਚ ਹੀ ਬੋਲਾਂ, ਉਹਨਾਂ ਨੇ ਤਾਂ ਬੋਲੀ ਜਾਣਾ, ਆਪਣਾ ਕੰਮ ਕਰੀ ਜਾਣਾ। ਤਾਂ ਉਹਨਾਂ ਨੂੰ ਕਰਨ ਦਿਓ, ਲੋਕੀ ਕਲੀਅਰ ਹੋ ਚੁੱਕੇ ਨੇ। ਤਾਂ ਕਿਸਾਨੀ ਦੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਹੈ, ਸਾਰੇ ਰਲ ਮਿਲ ਕੇ ਅੱਜ ਇੱਥੇ ਆਵਾਜ਼ ਬਣਨਾ ਚਾਹੁੰਦੇ ਨੇ ਕਿਸਾਨੀ ਦੀ। ਤੁਸੀਂ ਦੇਖ ਸਕਦੇ ਹੋ ਕਿ ਹਾਲਾਂਕਿ ਹਲੇ ਕੋਈ ਸਮਾਂ ਜ਼ਿਆਦਾ ਨਹੀਂ ਹੋਇਆ ਪਰ ਲਗਾਤਾਰ ਇੱਥੇ ਜਿਹੜੇ ਨੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ, ਨੌਜਵਾਨ ਇਕੱਠੇ ਹੋ ਰਹੇ ਨੇ, ਕਿਸਾਨ ਇਕੱਠੇ ਹੋ ਰਹੇ ਨੇ, ਮੀਡੀਆ ਇਕੱਠਾ ਹੋ ਰਿਹਾ ਸ਼ੰਭੂ ਬੈਰੀਅਰ ਤੇ। ਹਾਲਾਂਕਿ ਅਲੱਗ-ਅਲੱਗ ਜਗ੍ਹਾ ਤੇ ਇਹ ਜਿਹੜੇ ਧਰਨੇ ਦਿੱਤੇ ਜਾ ਰਹੇ ਨੇ, ਪ੍ਰਦਰਸ਼ਨ ਜਿਹੜੇ ਕੀਤੇ ਜਾਣੇ ਨੇ, ਸ਼ੰਭੂ ਬੈਰੀਅਰ ਦੀ ਗੱਲ ਹੋਵੇ ਜਾਂ ਨਾਭਾ ਦੀ ਗੱਲ ਹੋਵੇ ਜਾਂ ਮਾਨਸਾ ਦੀ ਗੱਲ ਹੋਵੇ ਜਾਂ ਪੰਜਾਬ ਦੇ ਹੋਰ ਹਿੱਸਿਆਂ ਦੀ ਗੱਲ ਹੋਵੇ, ਤਾਂ ਇੱਥੇ ਲਗਾਤਾਰ ਕੋਸ਼ਿਸ਼ ਕਰਦੇ ਆ। ਹੋਰ ਨੌਜਵਾਨ ਇੱਥੇ ਕੁਝ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣਾ। ਬਾਈ ਜੀ ਕਿੱਥੋਂ ਆਏ ਹੋ? ਪਟਿਆਲੇ ਤੋਂ। ਪਟਿਆਲੇ ਤੋਂ ਆਏ ਹੋ ਵੀਰ, ਕੀ ਚੱਲ ਰਿਹਾ ਇਸ ਵਕਤ ਜ਼ਿਹਨ ਦੇ ਵਿੱਚ, ਤੁਹਾਡੇ ਹੱਥਾਂ ਦੇ ਵਿੱਚ ਕੋਈ ਤਖਤੀਆਂ ਨੇ? ਯਾਰ ਚੀਜ਼ ਕਿਹੜੇ ਮੁੱਦੇ ਤੇ ਲਾਈਵ ਚੱਲ ਰਿਹਾ, ਕਿਹੜੇ ਮੁੱਦੇ ਤੇ ਗੱਲ ਕਰਨ ਆਏ ਹੋ ਤੁਸੀਂ? ਹੱਥਾਂ ਦੇ ਵਿੱਚ ਤੁਹਾਡੇ ਤਖਤੀਆਂ ਨੇ। ਕਿਸਾਨਾਂ ਦੇ ਹੱਕਾਂ 'ਚ ਗੱਲ ਕਰਨ ਆਏ ਆ, ਜੋ ਵੀ ਪ੍ਰਾਈਵੇਟ ਪਤਾ ਹੋਣਾ ਚਾਹੀਦਾ ਨਾ ਫਿਰ ਆਪਾਂ ਨੂੰ, ਜਿੱਥੇ ਆਪਾਂ ਆਏ ਆ ਤਾਂ ਜੇ ਆਪਾਂ ਨੂੰ ਪਤਾ ਹੀ ਨਹੀਂ ਹੋਏਗਾ, ਤਾਂ ਆਪਾਂ ਗੱਲ ਕਿਹਦੀ ਕਰਾਂਗੇ? ਨਹੀਂ ਬਿਲਕੁਲ ਪ੍ਰਾਈਵੇਟਾਈਜੇਸ਼ਨ ਜਿਹੜੀ ਹੋ ਰਹੀ ਹੈ ਉਹਦੇ ਵਿਰੋਧ 'ਚ ਆਏ ਆ। ਹਾਂਜੀ, ਜੋ ਵੀ ਹੋ ਰਿਹਾ ਇਹ ਚੰਗਾ ਨਹੀਂ ਹੋ ਰਿਹਾ, ਕਿਸਾਨਾਂ ਦੇ ਹੱਕ 'ਚ ਨਹੀਂ ਹੈਗਾ ਬਿਲਕੁਲ ਵੀ ਕਿਸਾਨ ਨਾਲ ਹੀ ਸਭ ਕੁਝ ਹੈ, ਜੇ ਕਿਸਾਨ ਨਹੀਂ ਤਾਂ ਕੁਝ ਵੀ ਨਹੀਂ ਹੈਗਾ। ਤੇ ਜੋ ਵੀ ਇਹ ਮਤਲਬ ਹੋਇਆ ਗਲਤ ਹੋਇਆ ਜ਼ਿਮੀਂਦਾਰਾਂ ਨੇ ਬਹੁਤ। ਜ਼ਿਮੀਂਦਾਰ ਤਾਂ ਪਹਿਲਾਂ ਹੀ ਖਤਮ ਹੋਇਆ ਵਾ, ਕਰਜ਼ਾਈ ਹੋਏ ਵੇ ਨੇ ਜ਼ਿਮੀਂਦਾਰ ਤਾਂ। ਜੇ ਜ਼ਿਮੀਂਦਾਰ ਹੀ ਨਾ ਰਿਹਾ ਫਿਰ ਕੀ ਰਿਹਾ? ਤਾਂ ਕਿਸਾਨ ਦੀ ਗੱਲ ਕਰਨ ਦੇ ਲਈ ਕਹਿੰਦੇ ਨੇ ਕਿ ਕਿਸਾਨ ਦੀ ਗੱਲ ਕਰਨ ਦੇ ਲਈ ਅਸੀਂ ਇੱਥੇ ਇਕੱਠੇ ਹੋਏ। ਹਾਲਾਂਕਿ ਨੌਜਵਾਨ ਨੇ ਸ਼ਾਇਦ ਸ਼ਹਿਰਾਂ ਤੋਂ ਆਏ ਨੇ, ਜ਼ਿਆਦਾ ਸਮਝ ਵੀ ਸ਼ਾਇਦ ਨਾ ਰੱਖਦੇ ਨੇ, ਪਰ ਫਿਰ ਵੀ ਜਿਹੜੀ ਆਵਾਜ਼ ਚੱਕਣ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਦੀ ਗੱਲ ਕਰਨੀ ਹੈ, ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਦੇ ਲਈ ਆਏ ਨੇ। ਵੀਰ ਹੋਣੀ ਇੱਥੇ ਹੋਰ ਮੌਜੂਦ ਨੇ। ਬਾਈ ਜੀ ਕਿੱਥੋਂ ਆਏ ਹੋ ਔਰ ਕੀ ਕੁਝ ਜ਼ਿਹਨ ਦੇ ਵਿੱਚ ਚੱਲ ਰਿਹਾ ਅੱਜ ਕਿਸਾਨੀ ਦੀ ਗੱਲ ਹੋ ਰਹੀ ਹੈ? ਅਸੀਂ ਲੁਧਿਆਣੇ ਤੋਂ ਆਏ ਆ ਜੀ। ਅਸੀਂ ਇਸ ਕਰਕੇ ਇਕੱਠੇ ਹੋਏ ਆ ਇੱਥੇ ਵੀ ਜਿਹੜਾ ਆਰਡੀਨੈਂਸ ਇਹ ਪਾਸ ਕੀਤਾ ਵਾ ਕਿਸਾਨੀ ਦੇ ਖਿਲਾਫ, ਹੈ MSP ਖਤਮ ਕਰਨ ਨੂੰ ਫਿਰਦੇ ਨੇ, ਸਾਨੂੰ ਪ੍ਰਾਈਵੇਟਾਈਜੇਸ਼ਨ ਕਰਨ ਨੂੰ ਫਿਰਦੇ ਨੇ, ਅਸੀਂ ਉਹ ਹੋਣਾ ਨਹੀਂ ਚਾਹੁੰਦੇ। ਠੀਕ ਹੈ ਜੀ। ਇਸ ਜਦੋਂ ਪ੍ਰਾਈਵੇਟ ਆ ਗਏ ਪਲੇਅਰਸ ਇੱਥੇ, ਉਹਨਾਂ ਨੇ ਆਪਦੇ ਮਰਜ਼ੀ ਦਾ ਮੁੱਲ ਲਾਉਣਾ, ਮਰਜ਼ੀ ਨਾਲ ਖਰੀਦਣਗੇ। ਸਾਨੂੰ ਯੂਪੀ ਬਿਹਾਰ ਵਾਲਾ ਕੰਮ ਹੋ ਜਾਣਾ ਇੱਥੇ। ਸਾਰਿਆਂ ਨੂੰ ਦਿਹਾੜੀਆਂ ਆਪਦੇ ਜ਼ਮੀਨਾਂ ਦੇ ਵਿੱਚ ਆਪ ਦਿਹਾੜੀਆਂ ਕਰਨੀਆਂ ਪੈਣਗੀਆਂ, ਸਾਰਾ ਕੁਝ ਸਾਡੇ ਹੱਥੋਂ ਨਿਕਲ ਜਾਣਾ। ਇਸ ਕਰਕੇ ਹੀ ਸਾਰੇ ਇਕੱਠੇ ਹੋਏ। ਜਿੱਦਾਂ ਸਾਰਾ ਜਿੰਨਾ ਹੋ ਰਿਹਾ 2006 ਦੇ ਵਿੱਚ ਜਿਹੜੀ ਆਪਣਾ ਬਿਹਾਰ ਦੇ ਵਿੱਚ ਉੱਥੋਂ ਦੀ ਗਵਰਨਮੈਂਟ ਨੇ ਲਾਗੂ ਕੀਤਾ ਸੀਗਾ ਹਨਾ, ਉੱਥੋਂ ਕਿਉਂਕਿ ਉੱਥੇ ਵੀ ਲੋਕਾਂ ਕੋਲ ਜ਼ਮੀਨਾਂ ਹੈਗੀਆਂ ਨੇ, ਉਹ ਪੰਜਾਬ ਦੇ ਵਿੱਚ ਦਿਹਾੜੀ ਕਰਨ ਕਾਹਤੋਂ ਆ ਰਹੇ ਆ? ਦੈਟ ਇਜ਼ ਦਾ ਰੀਜ਼ਨ ਬਿਹਾਈਂਡ ਇਟ। ਕਿਉਂਕਿ ਜੇ ਪੰਜਾਬ ਦੇ ਵਿੱਚ ਵੀ ਇਦਾਂ ਹੋ ਜਾਊਗਾ, ਦੇਖ ਲਓ ਆਪਣੇ ਮੰਡੀਕਰਨ ਖਤਮ ਹੋਣਾ, ਉੱਥੋਂ ਦੀਆਂ ਜੌਬਸ ਜਾਣੀਆਂ, ਆਪਣੇ 23,000 ਤੋਂ ਲੈ ਕੇ 28,000 ਆੜਤੀ ਆ ਉਹ ਖਤਮ ਜਾਣਾ, ਜਿਹੜੇ ਉੱਥੇ ਲੇਬਰ ਵਰਕਰ ਹੈ ਉਹ ਖਤਮ ਹੋਣੇ ਆ। ਜੱਟ ਤਾਂ ਆਲਰੇਡੀ ਹੋਏ ਹੋਏ ਆ, ਤੁਹਾਨੂੰ ਪਤਾ ਹੀ ਆ। ਤੇ ਇੱਕ ਤੁਹਾਡੀ ਮਿਹਨਤ ਚੀਜ਼ ਦੱਸਦਾ ਮੈਂ, ਆਪਣਾ ਹੁਣ ਮੰਨ ਕੇ ਚੱਲੋ ਇੱਥੇ ਆਪਾਂ ਇਦਾਂ ਨਹੀਂ ਕਹਿੰਦੇ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਹੋਏ ਆ। ਜੱਟ ਨੇ ਜਦੋਂ ਆਪਾਂ ਫਸਲ ਹੁਣ ਆਪਣੀ ਜੀਰੀ ਵੱਢਣ ਤੇ ਆ, ਮਹੀਨਾ ਰਹਿ ਗਿਆ ਹਨਾ, ਤੇ ਉਹ ਤੋਂ ਪਹਿਲਾਂ ਜੱਟ ਨੂੰ ਕਿਤੇ ਐਮਰਜੈਂਸੀ ਪੈਸੇ ਦੀ ਕੋਈ ਜ਼ਰੂਰਤ ਨੀਡ ਪੈ ਗਈ ਹਨਾ, ਜੱਟ ਕਿੱਥੇ ਜਾਊਗਾ? ਜਿਹੜਾ ਰਿਲੇਸ਼ਨ ਹੈ ਆੜਤੀਏ ਨਾਲ ਉਹ ਬਿਲਕੁਲ ਹੀ ਤੁਹਾਡਾ ਡਿਸਟਰੋਏ ਹੋ ਜਾਣਾ। ਤਾਂ ਕਿਸਾਨੀ ਦੀ ਗੱਲ ਹੋ ਰਹੀ ਹੈ, ਕਹਿੰਦੇ ਨੇ ਕਿ ਕਿਸਾਨ ਪਹਿਲਾਂ ਹੀ ਕੋਈ ਬਹੁਤੇ ਵਧੀਆ ਹਾਲਾਤਾਂ ਦੇ ਵਿੱਚ ਨਹੀਂ ਹੈ, ਇਸ ਕਰਕੇ ਕਿਸਾਨ ਨੂੰ ਬਚਾਉਣਾ ਜ਼ਰੂਰੀ ਹੈ। ਇਸ ਦੇ ਲਈ ਕਿਸਾਨ ਦੇ ਹੱਕ ਦੇ ਵਿੱਚ ਅੱਜ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਫਿਲਹਾਲ ਨਿਊਜ਼ 18 ਤੇ ਖਬਰਾਂ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਫਿਲਹਾਲ ਵਕਤ ਛੋਟੀ ਜੀ ਬ੍ਰੇਕ ਦਾ ਹੋਇਆ। ਤੁਸੀਂ ਕਿਤੇ ਨਾ ਜਾਓ, ਨਿਊਜ਼ 18 ਦੇ ਨਾਲ ਬਣੇ ਰਹੋ। ਤੁਹਾਨੂੰ ਕਿਸਾਨ ਧਰਨਿਆਂ ਦੀ ਜਾਂ ਕਿਸਾਨ ਦੇ ਨਾਲ ਜੁੜੀ ਹਰ ਖਬਰ ਨਿਊਜ਼ 18 ਤੇ ਪਲ ਪਲ ਦੀ ਜਾਣਕਾਰੀ ਦਿੰਦੇ ਰਵਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।